अस्सलाम वालेकुम। प्रोग्राम जुर्म अंजाम के साथ मैं हूं मुजाहिद शेख। थाना सुंदर की हदूद में इंतहाई अफसोसनाक एक वाक़या पेश आता है कि बारात के साथ जाने वाले अफराद आपस में किस तरह से उलझ जाते हैं। दूल्हे की गाड़ी के साथ गाड़ी चलाना उस ख़ानदान को कितना महंगा पड़ता है। मुल्ज़मान जो हैं गाड़ियों पर अंधाधुंध फायरिंग करते हैं। फायरिंग के नतीजे में एक 20 से 22 साल नौजवान जो स्टूडेंट था वो जहां बाग हो जाता है। ऑपरेशन पुलिस ने मुल्ज़मान को गिरफ़्तार भी कर लिया है, लेकिन 3 मुल्ज़मान के अलावा अभी तक बाकी मुल्ज़मान फ़रार हैं। ये कत्ल कैसे होता है, लड़ाई की वजह क्या बनती है, ये सब कुछ आपको दिखाते हैं आज के इस प्रोग्राम में। प्रोग्राम के आगाज़ में हमने आपको बताया कि थाना सुंदर की हदूद में जो अफसोसनाक वाक़या चंद रोज़ पहले पेश आता है, जिसमें एक नौजवान स्टूडेंट था, उसको किस तरह से कत्ल किया जाता है और कत्ल की वारदात होती कैसे है, और इसमें बहुत सारे लोग ख़वातीन समेत ज़ख्मी भी होते हैं। इसमें पुलिस का क्या मौक़िफ़ है और लवाहिकीन क्या कहते हैं, ये हम आपको प्रोग्राम में आगे चल के सुनाएंगे। लेकिन सबसे पहले हम उस बाप की दुख भरी दास्तान आपको सुनाते हैं जो एक जवान साला खूबसूरत बेटा उसके साथ गाड़ी में सवार था और कातलों ने फायर किया और वो हॉस्पिटल में जाकर दम तोड़ गया। ये वाक़या है क्या, कातिल कौन है, क्या रिकॉर्ड याफ्ता है, क्या उनका पेशा ऐसा है, क्या वो कत्ल की वारदातें इससे पहले भी कर चुके हैं, ये हम इनकी ज़ुबानी जानने की कोशिश करते हैं। हाजी नवाज साहब हैं जो मुकदमे के मुद्दई भी हैं। क्या होता है, मामूली सी तल्ख कलामी नौबत कहाँ तक पहुँचती है। हाजी साहब, बड़ा अफसोस होया, तुहाडा बड़ा खूबसूरत बेटा सी, पढ़िया लिखिया सी, कित्थों आ रहे सो तुसीं? ਅਸੀਂ ਜ਼ੋਰ ਜਿਹੜਾ ਹੈਗਾ ਸੀ ਨਾ, ਪਹਿਲੇ ਹੈਗਾ ਮੇਰੇ ਕਜ਼ਨ ਦੀ ਸ਼ਾਦੀ ਸੀ ਉੱਥੇ ਨਾ, ਉਹਦੇ ਬੇਟੇ ਦੀ, ਤੇ ਮੈਂ ਕੋਟਰਾ ਦਾ ਕਿਸ਼ਨ ਗਿਆ, ਸਾਡੀ ਜ਼ਮੀਨ ਹੈ ਉੱਥੇ ਡਾਲੇ, ਤੇ ਉੱਥੇ ਗਿਆ ਵਾਂ। ਉੱਥੇ ਮੈਂ ਉਹਨੂੰ ਸਲਾਮੀ ਦਿੱਤੀ ਤੇ ਮੈਂ ਨਾ ਉੱਥੋਂ ਸਲਾਮੀ ਦੇ ਕੇ ਅੱਗੇ ਨਿਕਲ ਆਇਆ। ਮੈਂ ਕਿ ਚਲੋ ਅੱਗੇ ਬਰਾਤ ਨਾਲ ਜਾ ਕੇ ਰਲ ਜਾਂਦੇ, ਅੱਗੇ ਨਿਕਲ ਜਾਂਦੇ ਹਾਂ। ਤੇ ਮੈਂ ਉੱਥੇ ਨਾ ਕਣੀਆਂ ਦੇ ਕੋਲ ਆ ਗਿਆ। ਕਣੀਆਂ ਦੇ ਕੋਲ ਆਣ ਕੇ ਨਾ ਬਰਾਤ ਪਿੱਛੋਂ ਮਿਲ ਪਈ। ਮੈਂ ਬਰਾਤ ਦੇ ਨਾਲ ਨਾ ਜਿਹੜਾ ਹੈਗਾ ਦੂਲਾ, ਉਹਦੇ ਨਾਲ ਗੱਡੀ ਲਾ ਕੇ ਨਾ ਉਹਦੇ ਪਿੱਛੇ ਗੱਡੀ ਜਿਹੜਾ ਨਾ ਦੂਲੇ ਦੇ ਪਿੱਛੇ ਲਾਈ। ਇਹ ਆਇਆ ਪਿੱਛੋਂ ਇੱਕ ਗੱਡੀ ਆਈ ਹੈ ਜਿਹੜੀ ਹੈਗੀ ਨਾ ਪਜਾਰੋ ਟਾਈਪ, ਪਜਾਰੋ ਆਈ ਹੈ ਤੇ ਇਹਨੇ ਜਿਹੜਾ ਨਾ 2-3 ਵਾਰੀ ਨਾ ਮੇਰੀ ਗੱਡੀ ਨੂੰ ਨਾਲ ਨਾ ਕੋਸ਼ਿਸ਼ ਕੀਤੀ ਹੈ ਵੀ ਹਿੱਟ ਕਰਨ ਦੀ। ਪਰ ਮੈਂ ਜਿਹੜਾ ਨਾ ਉਹਨੂੰ ਇਹ ਗੱਲ ਕਹੀ ਹੈ ਵੀ ਜਿਹੜਾ ਨਾ, ਮੈਂ ਕਿਹਾ ਵੀ ਇਹ ਗੱਡੀ ਵੀ ਹੋ ਜੀ ਇਹ ਪਤਾ ਨਹੀਂ ਇਹਦੇ ਕੌਣ ਨੇ, ਪਰ ਆਪਣੀ ਗੱਡੀ ਬਚਾਓ, ਬਾਅਦ ਚ ਹੋਣਾ ਜੋ ਤੇ ਸ਼ਾਦੀ ਤੇ ਆਇਆ ਸਨ ਤੇ ਚਲੋ ਛੱਡੋ ਆਪਦੀ ਉਤੜਾਣੀ ਗੱਡੀ। ਮੈਂ ਅੱਗੇ ਨਿਕਲ ਗਿਆ, ਮੈਂ ਸ਼ਾਦੀ ਵੱਲ ਪਹੁੰਚ ਗਿਆ। ਸ਼ਾਦੀ ਵੱਲ ਪਹੁੰਚ ਕੇ ਤੇ ਇਹ ਮੇਰੇ ਕੋਲ ਆਇਆ ਤੇ ਇਹਨੇ ਮੈਨੂੰ ਇਹ ਗੱਲ ਕਹੀ ਹੈ ਵੀ ਮੇਰਾ ਨਾਂ ਪਾਪੇ। ਮੈਂ ਕਿਹਾ ਪਾਪੇ ਤੇ ਯਾਰ ਮੈਨੂੰ ਨਾਲ ਤੇਰਾ ਕੀ ਰੌਲਾ ਵੀ ਤੂੰ ਮੈਨੂੰ ਕਿਉਂ ਸੁਣਾ ਰਿਹਾ ਵੀ ਤੇਰਾ ਨਾਂ ਪਾਪੇ। ਇਹਨੇ ਕਿਹਾ ਜੀ ਜੇ ਮੈਂ ਅੱਗੇ ਉਹਨਾਂ ਨੂੰ ਪੰਜਾਂ ਨੂੰ ਜਿਹੜੀਆਂ ਨਾ ਉਹਨਾਂ ਦੇ ਸਿਰ ਮੂੰਹ ਨੇ ਨਾ ਲੱਭੇ ਹੈਗੇ ਤੇ ਮੈਂ 14 ਸਾਲ ਜਿਹੜਾ ਨਾ ਇੱਥੇ ਅੱਗੇ ਕੱਟ ਲਈਏ। ਅੱਛਾ, ਪਹਿਲੇ ਵੀ ਕਿਸੇ ਨੂੰ ਕਤਲ ਕਰ ਚੁੱਕੇ? ਹਾਂ, ਪਹਿਲੇ 5 ਕਤਲ ਇਹਨੇ ਕੀਤੇ ਨੇ। ਜੀਆਂ ਦੀ ਜਿੱਧਰ ਭੈਣ ਵੀ ਆਈ, ਇਹਨੇ ਸਿਰਫ ਆਪਦਾ ਭਣਵਈਆ ਛੱਡਿਆ, ਉਹਦਾ ਵਾਲਦ, ਉਹਦੇ ਭਾਈ, ਤੇ ਜਿਹੜਾ ਉਸ ਤੋਂ ਬਾਅਦ ਜਿਹੜੇ ਉਹਦੇ 2, ਇੱਕ ਭਣਵਈਆ, ਇੱਕ ਉਹਦਾ ਪੁੱਫੀ ਦਾ ਪੁੱਤਰ। ਇਹਨੇ ਜਿਹੜੇ 5 ਬੰਦੇ ਨੇ ਜਿਨ੍ਹਾਂ ਦੀਆਂ ਇਹਨੇ ਉੱਤੇ ਜਿਹੜੇ ਨੇ ਧੜ ਜਿਹੜੇ ਨੇ ਉਹ ਹੈ ਹੀ ਨਹੀਂ ਸਨ, ਖਾਲੀ ਉਹਨਾਂ ਦੀਆਂ ਗਰਦਨਾਂ ਤੋਂ ਬਗੈਰ ਬੰਦੇ ਦਫਨਾਏ ਗਏ ਨੇ। ਇਹਨੇ ਇੱਕ ਬੰਦੇ ਨੂੰ ਕੋਈ 150 ਫਾਇਰ ਚਿਹਰੇ ਤੇ ਮਾਰਿਆ ਇਸ ਬੰਦੇ ਨੇ। ਅੱਛਾ, ਤੇ ਪੁਲਿਸ ਨੇ ਇਹਨੂੰ ਫੜਿਆ ਨਹੀਂ? ਇਹਨੂੰ ਪੁਲਿਸ ਨੇ ਨਹੀਂ ਫੜਿਆ, ਇਸ਼ਤਿਹਾਰੀ ਰਿਹਾ। ਇਹਨੇ ਇਸ਼ਤਿਹਾਰੀ ਰਹਿਣ ਦੇ ਬਾਵਜੂਦ ਇਹਨੇ ਉੱਥੇ ਪ੍ਰੈਸ਼ਰ ਨਾਲ ਹੀ ਉਹਨਾਂ ਤੋਂ ਸੁਲ੍ਹਾ ਕਰਾਈ। ਇਹ ਜਿਹੜਾ ਨਾ ਪੈਸੇ ਲੈ ਕੇ ਬੰਦੇ ਵੀ ਮਾਰਦੇ ਨੇ, ਇਹਨਾਂ ਦਾ ਇਹ ਸ਼ੋਭਾ ਹੈ, ਇਹਨਾਂ ਪੂਰੀ ਟੀਮ ਬਣਾਈ ਹੈ ਆਪਦੀ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਜਦੋਂ ਆ ਰਹੇ ਸੋ, ਗੱਡੀ ਮਾਮੂਲੀ ਜੀ ਗੱਲ ਹੈ, ਅੱਗੇ ਪਿੱਛੇ ਹੋ ਜਾਂਦੀਆਂ ਗੱਡੀਆਂ, ਫਿਰ ਮਾਮਲਾ ਵਧਿਆ ਕਿਸ ਤਰ੍ਹਾਂ? ਫਾਇਰਿੰਗ ਦਾ ਵਾਕਿਆ ਵਧਿਆ ਕਿਸ ਤਰ੍ਹਾਂ ਨਹੀਂ, ਅਸੀਂ ਉੱਥੇ ਸ਼ਾਦੀ ਹਾਲ 'ਚ ਫਿਰ ਚਲੇ ਗਏ। ਜਦੋਂ ਇੰਨੀ ਗੱਲ ਕੀਤੀ, ਉਹ ਸਾਰੀ ਬਰਾਦਰੀ ਦੀ ਸ਼ਾਦੀ ਹਾਲ ਚਲੇ ਗਏ। ਇਹਨੇ ਵੀ ਖਾਣਾ ਖਾਧਾ, ਅਸੀਂ ਵੀ ਖਾਣਾ ਖਾਧਾ। ਖਾਣਾ ਖਾ ਕੇ ਨਾ ਤੇ ਇਹਨੇ ਉਸ ਤੋਂ ਬਾਅਦ ਆਪਦਾ ਟੇਬਲ ਛੱਡ ਕੇ ਮੇਰੇ ਟੇਬਲ ਤੇ ਆਇਆ। ਅੱਛਾ, ਦੂਸਰੀ ਸਾਈਡ ਤੇ ਮੇਰਾ ਟੇਬਲ ਸੀ ਜਿੰਦੇ ਤੇ ਅਸੀਂ ਬੈਠੇ ਸਾਂ। ਉੱਥੇ ਆਣ ਕੇ ਇਹਨੇ ਗੱਲ ਕਹੀ, ਮੇਰਾ ਤੂੰ ਵੱਡਾ ਭਰਾ ਹੈ, ਨਾਲ ਮੇਰੇ ਗੋਡਿਆਂ ਨੂੰ ਵੀ ਹੱਥ ਲਾਇਆ।
ਮੇਰਾ ਤੂੰ ਵੱਡਾ ਭਾਈ ਹੈ, ਮੇਰਾ ਜਿਹੜਾ ਜੇ ਮੇਰੇ ਕੋਲ ਗਲਤੀ ਹੋ ਗਈ ਮੈਂ ਤਾਂ ਮੈਨੂੰ ਮਾਫ ਕਰ ਦੇ। ਮੈਂ ਕਿਹਾ ਯਾਰ ਗਲਤੀ ਤਾਂ ਹੋਈ ਨਹੀਂ, ਕੋਈ ਗੱਲ ਹੀ ਨਹੀਂ ਹੈ ਜੀ ਹੈਗੀ, ਤੇ ਮਾਫੀ ਵਾਲੀਆਂ ਦੇ ਵਿੱਚ ਕਿਹੜੀ ਗੱਲ ਹੈ? ਗੱਡੀ ਮਾਮੂਲੀ ਬਾਤ ਤੂੰ ਮੈਨੂੰ ਇਹ, ਪਰ ਮੈਂ ਅਲਫੀਆ ਬਿਆਨ ਕਰਨਾ, ਮੈਂ ਇਹ ਗੱਲ ਮੈਂ ਕਹੀ ਇਹ ਕਾਬੇ ਨੂੰ ਮੂੰਹ ਕਰਕੇ ਮੈਂ ਕਿਹਾ ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲullah, ਮੈਨੂੰ ਇਹ ਵੀ ਨਹੀਂ ਪਤਾ ਇਸ ਗੱਡੀ 'ਚ ਤੁਸੀਂ ਸਾਜੇ। ਠੀਕ। ਉਹ ਤੇ ਜੱਫੀਆਂ ਪੈ ਗਈਆਂ ਨੇ, ਉਹ ਤੋਂ ਅਸੀਂ ਆ ਗਏ ਹਾਂ। ਉਸ ਤੋਂ ਮੈਂ ਉੱਥੇ ਵੀ ਬੈਠਾ ਰਿਹਾ, ਇਹਨਾਂ ਕੋਲ ਗੰਨਾਂ ਆਈਆਂ ਨੇ। ਮੈਂ ਇਸ ਚੀਜ਼ ਦਾ ਵੀ ਹਲਫ ਦੇਣਾ ਕੁਰਾਨੇ ਪਾਕ ਦੇ ਵੀ ਮੇਰੇ ਕੋਲ 5 ਮੁੰਡੇ 6 ਮੇਰੇ ਨਾਲ ਨੇ, ਪਰ ਇੱਕ ਵੀ ਸਾਡੇ ਕੋਲ ਗੰਨ ਨਹੀਂ ਹੈਗੀ, ਅਸੀਂ ਗੰਨਾਂ ਤੋਂ ਵੀ ਬਗੈਰ ਸਾਂ। ਠੀਕ ਹੈ। ਫਿਰ ਉਸ ਤੋਂ ਬਾਅਦ ਮੇਰਾ ਭਾਈ ਆਇਆ ਤੇ ਉਹ ਵੀ ਜਦੋਂ ਇਹ ਕੰਮ ਸਾਡਾ ਮੁੱਕ ਗਿਆ ਉਦੋਂ ਸ਼ਬਾਜ਼ ਭਾਈ ਆਇਆ। ਫਿਰ ਅਸੀਂ ਉੱਥੋਂ ਨਿਕਲੇ ਆ ਸ਼ਾਦੀਵਾਲ ਦੇ ਵਿੱਚੋਂ। ਸ਼ਾਦੀਵਾਲ ਦੇ ਵਿੱਚੋਂ ਨਿਕਲ ਕੇ ਤੇ ਬਾਹਰ ਆਇਆ ਤੇ ਨਾਸਰ ਭਾਈ ਵੀ ਆ ਗਏ ਨੇ। ਨਾਸਰ ਭਾਈ ਨੂੰ ਮੈਂ ਕਿਹਾ ਯਾਰ ਸ਼ਾਦੀ ਤਾਂ ਮੁੱਕ ਗਈ, ਹੁਣ ਆ ਵਾਪਸ ਚਲੀਏ। ਅਸੀਂ ਡੇਰੇ ਤੇ ਆ ਗਏ ਹਾਂ। ਡੇਰੇ ਤੇ ਇੱਥੇ ਆਏ ਆ ਤੇ ਨਾਸਰ ਭਾਈ ਇੱਥੇ ਨਾ ਪੀ ਕੇ ਨਾ ਦੁੱਧ ਤੇ ਇੱਥੋਂ ਨਾ ਵਾਪਸ ਆਪਦੇ ਫਾਰਮ ਹਾਊਸ ਨੂੰ ਜਾ ਰਿਹਾ। ਫਾਰਮ ਹਾਊਸ ਦੇ ਕੋਲ 2 ਗੱਡੀਆਂ ਨੇ, ਇੱਕ ZX ਤੇ ਇੱਕ ਦੂਸਰੀ ਭਰਾ ਹੈਗੀ ਹੈ ਲੈਂਡ ਕਲੋਜ਼ਰ। ਇਹਨੇ ਜਿਹੜਾ ਨੇ ਜਦੋਂ ਜਾ ਰਿਹਾ ਤੇ ਇਹਦੇ ਤੇ ਫਾਇਰਿੰਗ ਕੀਤੀ ਨੇ। ਅੱਛਾ। ਇਹਦੇ ਜਦੋਂ ਫਾਇਰਿੰਗ ਕੀਤੀ ਨੇ ਇਹਨੂੰ ਫਾਇਰ ਲੱਗ ਗਿਆ, ਇਹਦੀਆਂ ਗੱਡੀਆਂ ਨੂੰ ਬਰਸਟ ਮਾਰੇ ਨੇ, ਗੱਡੀਆਂ ਮੌਜੂਦ ਨੇ ਉੱਥੇ ਮੌਕੇ ਤੇ। ਉਸ ਤੋਂ ਬਾਅਦ ਮੇਰਾ ਬੇਟਾ ਜਿਹੜਾ ਉਹ ਆਪਦੀ ਵਾਲਦਾ ਨਾਲ ਜਾ ਰਿਹਾ, ਉਹਦੇ ਤੇ ਫਾਇਰਿੰਗ ਕੀਤੀ ਨੇ, ਉਹਨਾਂ ਦੀ ਵਾਲਦਾ ਨੂੰ ਫਾਇਰ ਲੱਗ ਗਿਆ। ਠੀਕ ਹੈ। ਟੋਟਲ ਕਿੰਨੇ ਲੋਕ ਜ਼ਖਮੀ ਹੋਏ? ਉਹਦੇ 'ਚ 2 ਇਹ ਜ਼ਖਮੀ ਹੋ ਗਏ, ਤੀਸਰੇ ਅਸੀਂ ਪਿੱਛੇ ਜਿਹੜਾ ਨਾ ਸਾਨੂੰ ਪਤਾ ਲੱਗਾ ਵੀ ਅੱਗੇ ਫਾਇਰਿੰਗ, ਅਸੀਂ ਵੀ ਮੌਕੇ ਦੇ ਉੱਤੇ ਉਸ ਵੇਲੇ ਪਿੱਛੇ ਸਾਡੀ ਗੱਡੀ ਵੀ ਜਿਹੜੀ ਹੈ ਨਾ ਨਦੀਮ ਜਿਹੜਾ ਮੇਰਾ ਬੇਟੇ ਦੀ ਡੈਥ ਹੋਈ ਹੈ, ਅਸੀਂ ਜਿਹੜੇ ਨਾ ਅਸੀਂ ਵੀ ਮੌਕੇ ਦੇ ਉੱਥੇ ਪਿੱਛੇ ਪਹੁੰਚ ਗਏ। ਸਾਡੇ ਤੇ ਫਿਰ ਇੰਜ ਫਾਇਰਿੰਗ ਕੀਤੀ ਗਈ ਹੈ ਵੀ ਜਿਵੇਂ ਕੋਈ ਅਸੀਂ ਇਹਨਾਂ ਦਾ ਨੁਕਸਾਨ ਕੀਤਾ, ਪਰ ਅਸੀਂ ਤਾਂ ਕੋਈ ਇਹਨਾਂ ਦਾ ਬੁਰਾ ਵੀ ਨਹੀਂ ਸੀ ਕੀਤਾ ਹੈਗਾ। ਸਾਡੇ ਨਾਲ ਅੰਧਾ ਧੁੰਦ ਫਾਇਰਿੰਗ ਇੰਨੀ ਕੀਤੀ ਗਈ ਹੈ। ਮੇਰੇ ਬੇਟੇ ਨੂੰ ਮੈਨੂੰ ਫਾਇਰ ਲੱਗ ਗਿਆ, ਮੇਰੇ ਮੁੰਡਾ ਜਿਹੜਾ ਨਾਲ ਦੀ ਗਾਰਡ ਉਹਨੂੰ ਫਾਇਰ ਲੱਗ ਗਿਆ, ਦੂਸਰਾ ਗਾਰਡ ਉਹਨੂੰ ਫਾਇਰ ਲੱਗ ਗਿਆ। ਫਿਰ ਜਿਹੜਾ ਹੈਗਾ ਸੀ ਉਹ ਨਦੀਮ ਬੇਟਾ, ਉਹਨੂੰ ਸਿਰ 'ਚ ਫਾਇਰ ਲੱਗ ਗਏ, ਉਹਨੂੰ 2 ਸਿਰ 'ਚ ਲੱਗ ਗਏ, ਇੱਕ ਉਹਦੇ ਜਿਹੜਾ ਹੈਗਾ ਇੱਥੇ ਲੱਗ ਗਿਆ, ਸੀਨੇ ਤੇ ਫਾਇਰ ਲੱਗ ਗਿਆ, ਇੱਕ ਉਹਦੇ ਬਾਜ਼ੂ ਤੇ ਫਾਇਰ ਲੱਗ ਗਿਆ। ਬਹਰਹਾਲ ਮੈਂ ਨਾ ਇਹ ਸਮਝ ਜਦੋਂ ਉਹਨੂੰ ਜੱਫਾ ਮਾਰਿਆ, ਜਦੋਂ ਸਾਰਿਆਂ ਨੂੰ ਫਾਇਰ ਲੱਗ ਗਿਆ, ਸਾਨੂੰ ਸਾਰਿਆਂ ਨੂੰ ਚੁੱਕ ਕੇ ਨਾ ਗੱਡੀਆਂ 'ਚ ਗੱਡੀ ਇੱਕ 'ਚ ਪਾਇਆ ਭਾਈ ਨੇ, ਤੇ ਸਾਨੂੰ ਨਾ ਹਸਪਤਾਲ। ਮੈਂ ਪੁੱਛਿਆ ਨਦੀਮ ਕਿੱਥੇ? ਮੈਂ ਨਦੀਮ ਨੂੰ ਫਾਇਰ ਲੱਗੇ, ਨਦੀਮ ਕਿੱਥੇ? ਉਹਨਾਂ ਕਿਹਾ ਜੀ ਨਦੀਮ ਵੀ ਜਿਹੜਾ ਨਾ ਗੱਡੀ 'ਚੋਂ ਨਿਕਲ ਗਿਆ, ਪਰ ਗੱਡੀ 'ਚ ਉਹ ਗੱਡੀ 'ਚ ਵੀ ਰਹਿ ਗਿਆ, ਤੇ ਸਾਨੂੰ ਚੁੱਕ ਕੇ ਪਹਿਲੋਂ ਹਸਪਤਾਲ ਪਹੁੰਚਾਇਆ ਗਿਆ, ਉਹਨੂੰ ਲਾਹੌਰ ਫਿਰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ। ਠੀਕ ਹੈ। ਪਰ ਇਹ ਇੰਡੇ ਕੋ ਦਰਿੰਦੇ ਨੇ, ਇਹਨਾਂ ਇੱਥੇ 4-500 ਖੋਲ ਕਲਾਸ਼ਨ ਦਾ ਪਕੜਿਆ ਗਿਆ, 4-500 223 ਦਾ ਗੰਨਾ ਦਾ ਪਕੜਿਆ ਗਿਆ। ਗੰਨਾ ਇਹਨਾਂ ਤੋਂ ਬਰਾਮਦ ਹੋ ਚੁੱਕੀਆਂ ਨੇ। ਮੌਕੇ ਤੇ ਇਹ 3 ਬੰਦੇ ਅਰੈਸਟ ਵੀ ਹੋ ਚੁੱਕੇ ਨੇ, ਬਾਕੀ 5 ਬੰਦੇ ਫਰਾਰ ਨੇ। 3 ਬੰਦੇ ਇਹ ਜਿਹੜੇ ਨੇ ਮੌਕੇ ਤੇ ਅਰੈਸਟ ਹੋ ਚੁੱਕੇ ਨੇ। ਅਸੀਂ ਸਾਡੀ ਇੱਕੋ ਹੀ ਅਪੀਲ ਹੈ, ਜਿਹੜੇ ਵਜ਼ੀਰ ਆਲਾ ਨੂੰ ਇੱਕੋ ਹੀ ਅਪੀਲ ਹੈ, ਮਰੀਮ ਸਾਹਿਬਾਂ ਨੂੰ, ਵੀ ਸਾਡੇ ਨਾਲ ਇੰਨਾ ਜ਼ੁਲਮ ਹੋਇਆ, ਜ਼ਿਆਦਤੀ ਹੋਈ ਹੈ, ਤੇ ਸਾਡੇ ਅਸੀਂ ਵੀ ਪਾਕਿਸਤਾਨ ਦੇ ਰਹਿਸ਼ੀ ਆ। ਮੈਂ ਇੱਥੋਂ ਇਲੈਕਸ਼ਨ ਪਿਛਲਾ ਵੀ ਲੜਿਆ, 50,000 ਵੋਟ ਲਿਆ, ਹੁਣ ਵੀ 24-25,000 ਵੋਟ ਲਿਆ। ਜਿਹੜਾ ਹੈਗਾ ਨਾ ਸਾਡੇ ਨਾਲ ਜ਼ਿਆਦਤੀ ਇੰਨੀ ਹੋਈ ਹੈ, ਸਾਡਾ ਜਿਹੜਾ ਘਰ ਹੈ ਉਹ ਖੌਫੋ ਰਾਗ ਬਣਿਆ ਪਿਆ। ਜਿਹੜੀ ਵਾਲਦਾ ਉਹਨਾਂ ਦੀ ਹੋਸ਼ ਨਹੀਂ ਕਰਦੀ ਵੀ ਇਹ ਸਾਡਾ ਘਰ ਦੇ ਵਿੱਚ ਇਹ ਪੋਜੀਸ਼ਨ ਬਣੀ ਪਈ ਹੈ ਵੀ ਬੱਚਾ ਦਾ ਦੁੱਖ ਅਸੀਂ ਭੁੱਲ ਨਹੀਂ ਸਕਦੇ। ਉਹਦਾ ਇਤਨਾ ਵੱਡਾ ਜਨਾਜ਼ਾ ਹੋਇਆ, ਪਾਕਿਸਤਾਨ ਦੀ ਹਿਸਟਰੀ 'ਚ ਐਡਾ ਵੱਡਾ ਜਨਾਜ਼ਾ ਕਿਤੇ ਨਹੀਂ ਹੋਇਆ ਹੋਣਾ ਜਿੱਡਾ ਮੇਰੇ ਬੇਟੇ ਦਾ ਜਨਾਜ਼ਾ ਹੋਇਆ। ਕੋਈ ਜਿਹੜਾ ਹਜ਼ਾਰਾਂ ਦੀ ਲੱਖਾਂ ਦੀ ਤਾਦਾਦ ਤੇ ਹੁੰਦਾ ਜਨਾਜ਼ਾ ਹੋਇਆ, ਐਡਾ ਵੱਡਾ ਜਨਾਜ਼ਾ। ਨਵਾਜ਼ ਸਾਹਿਬ, ਕਿਸੇ ਵੀ ਬਾਪ ਲਈ ਸਭ ਤੋਂ ਤਕਲੀਫ ਦੇ ਅਮਲ ਹੁੰਦਾ ਹੈ ਜਵਾਨ ਬੇਟੇ ਦਾ ਜਨਾਜ਼ਾ ਉਠਾਉਣਾ। ਜਿਹੜਾ ਉਹਦੀ ਜੰਜ ਲੈ ਕੇ ਜਾਣਾ ਸੀ ਮੈਂ, ਉਹਦਾ ਮੈਂ ਮੋਢੇ ਤੇ ਜਨਾਜ਼ਾ ਲੈ ਕੇ ਗਿਆ। ਮੇਰੀ ਹਿੰਮਤ ਹੈ, मेरी अखा च आंसू नहीं आ रहे, किस वजह तो नहीं आ रहे, क्यों नहीं आ रहे, पर मेरा दिल जड़ा है वो 24 घंटे रो रहा है। नवाज साहब, पुलिस नूं कुछ कहना चाहते हो? पुलिस नूं ये कहना चाहना कि सानू इंसाफ मिलेगा तो असीं कदी कोई गलत कदम नहीं उठावांगे, ये नहीं मिलेगा तो फिर अल्लाह वार से साडा भी अल्लाह। ये थी एक बाप की तकलीफ़ और लरसती हुई आवाज़ जो है वो इसके अंदर के दुख को बयान कर रही थी। जिस तरह इन्होंने ज़िक्र किया कि नदीम जो मकतूल था, उसके चचा और नवाज साहब का छोटा भाई नासिर जो मौके का चशमदीद गवाह भी है और ज़ख्मी भी है,
वो इस बारे में क्या कहता है ये भी हम आपको दिखाते हैं। मकतूल के वालिद और मुकदमे के मुद्दई ने क्या कुछ कहा और उसकी तकलीफ़ और दुख क्या था, वो हमने आपको उनकी ज़ुबानी सुनवाया। अब इस वाक़े के चश्मदीद गवाह हैं जिनके सामने ये सारा कुछ मामला हुआ। फायरिंग करने वाले कौन थे, फायरिंग करके कत्ल किसने किया, ये तमाम लोगों को अपनी आंखों से देखा मलिक नासिर साहब ने, जो FIR में भी गवाह है और ऐनी शाहिद भी हैं और पुलिस को ये अपना बयान भी कलमबंद करवा चुके हैं। इनकी ज़ुबानी जानते हैं कि वाक़या क्या हुआ, इनको कब इतला मिली कि गाड़ियाँ लाहौर की किस हदूद में आ चुकी हैं, फिर फायरिंग कैसे हुई और फायरिंग करने वालों में से कौन कौन से नामजद लोग थे, नामालूम कितने थे और वाक़या कैसे पेश आता है। नासिर साहब ये बताइएगा कि जब आप पहुँचे वहाँ पे तो क्या देखा आपने, क्या कुछ हुआ आपके सामने, वो तफसील बताइएगा। जी अस्सलाम वालेकुम। अच्छा ऐसे है कि मेरे बड़े भाई हैं हाजी मोहम्मद नवाज़ गुड्डू साहब, वो हमारे कज़न की शादी थी कोटरा दा किशन में, हमारी ज़मीन भी उधर भी है, तो वहाँ पे वो गए हुए थे कज़न की शादी पे। वहाँ पे रास्ते में जो भी इनकी थोड़ी बहुत गाड़ी जी आगे लगाने से कोई तल कलामी हुई, वो आगे जब उधर शादी हाल में बैठ के वो ख़त्म हो गई, उसने आगे माफ़ी मांग ली हिसाब से। मुझे भी पता चला, मैं भी अपने फार्म हाउस पे बैठा हुआ था, हम भी चले गए वहाँ पे। जब हम पहुँचे हैं तो उससे पहले शहबाज भाई भी पहुँच गए थे, तो शहबाज भाई के जाने से पहले ही मामला रफ़ा दफ़ा हो गया था, उसने आगे माफ़ी मांग ली तो बात ख़त्म हो गई। जब मैं गया हूँ तो मैं शादी हाल के दरवाज़े के सामने पहुँचा हूँ, तो भाई हज साहब और शहबाज भाई दोनों ना इनकी गाड़ियाँ बाहर निकल रही थी, तो मैं वहाँ पे मैं भी उतरने लगा, तो मुझे शहबाज भाई ने कहा जी मामला ही रफ़ा दफ़ा हो गया, अब हम ना चलें, ठीक है ना, मतलब उसने आगे माफ़ी मांग ली है तो बात ख़त्म हो गई है, अब हम चलें। वैसे हमने वैसे ही गाड़ियाँ हाजी साहब की गाड़ी आगे लग गई, हमने पीछे लगा ली हैं, सीधे हम ये जलियाना हमारा जो गांव का डेरा है ना, इधर जो आपका भाई इलाका है, जो भाई हमारा घर है और इलाका भी है, यहाँ पे आ गए हैं। क्योंकि मेरी रहाइश बहरिया टाउन में है, शहबाज भाई की रहाइश भी बहरिया टाउन में है, तो जो भाई हैं हमारे हाजी नवाज़ साहब वो गाँव में रहते हैं। ठीक है। तो यहाँ पे हमने उनको मतलब छोड़ा, और फिर इसके बाद मैं निकला हूँ, मैंने फार्म हाउस जाना था, मेरा राजपूत फार्म हाउस है ये पास ही ड्रीम गार्डन सोसाइटी के साथ, तो मैंने उधर जाना था, तो मैं उसके लिए निकला हूँ, तो इन्होंने जो है ना रास्ते में अटैक कर दिया मेरे ऊपर। मेरी गाड़ी को इतनी मतलब फायर लगे, अंधाधुंध फायरिंग इन्होंने की, जिससे मेरी गाड़ी के टायर भी फट गए, और दूसरा उसके बाद पीछे ये जो आपके सर पे क्या हुआ, ये मुझे फायर लगा, ये भी फायर लगा, और मेरे गार्डों को जो साथ कंपनी के गार्ड होते हैं मेरे, उनको भी फायर लगे हैं, एक के सर में लगा है, एक के पेट में भी लगा है, ठीक है ना। तो यहाँ पे एक सबसे अहम बात आपको बता देते हैं कि जो मकतूल था उसके भी सर पे फायर लगे, सीधे फायर जिसको कहते हैं, सीधे फायर मारे गए, और ये जो ज़ख्मी हैं नासिर साहब, इनके भी ये सर पे जो है गोलियां लगी हैं। कोई शख्स ऐसा नहीं था कि जिस पे फायर किया और वो ज़ख्मी ना हुआ हो। बिल्कुल इस हमले से यही ज़ाहिर होता था कि तमाम लोगों को जान से मारने की कोशिश की गई थी, लेकिन मौजूदा तौर पे ये तमाम लोग जो ज़ख्मी हैं वो बच गए। लेकिन अभी भी एक शख्स जो है, वो जो सिक्योरिटी गार्ड था प्राइवेट कंपनी का, वो हस्पताल में ज़ेर इलाज है, जो जिसकी हालत तशवीशनाक बताई जाती है। शायद उसके कुछ इंसानी जिस्मानी अज़ा जो हैं शायद वो भी मुतासिर हुए हैं। नासिर साहब, आपको गोली लगी, फिर उसके बाद नदीम किस गाड़ी में था? उसके बाद क्योंकि वो एक ऐसी शदीद फायरिंग थी, उसमें ये सिर्फ डराने वाला या कोई इस तरह का वाला तो कुछ सीन ही नहीं था, वो सीधी फायरिंग, और वो इस एंगल पे फायरिंग कर रहे थे जो सीधी सर में ही लग रही थी। ठीक है। क्योंकि इसमें आप देखें, मुझे सर में फायर लगा, मेरे गार्ड को सर में फायर लगा, जो भाभी हैं उनको सर में फायर लगा,
جو ندیم جو بھتیجا جس کی ڈیتھ ہوئی ہے اس کے بھی سر میں فائر لگے. ان کا اینگل یہی تھا کہ وہ سیدھی فائرنگ اس اینگل پہ کر رہے تھے کہ جو سیدھی اگلے بندے کے سر میں ہی لگ رہی. وہ نواز صاحب نے بتایا بھی ہے کہ وہ جب شادی ہال میں ملا تو اس سے پہلے جب اس کے ساتھ بات ہوئی تو وہ کہتا کہ میں جس پہ حملہ کرتا ہوں اس کا دھڑ جو ہے وہ چھوڑ دیتا ہوں اور سر اڑا دیتا ہوں. پہلے بھی اس نے جو 5 قتل کیے تھے اس میں بھی اس نے ان کے 100 گولی ماری تھی اور منہ میں رکھ کے ماری تھی. ٹھیک ہے. مطلب ان کے فیس ہی نہیں نظر آتے تھے, اس لیول کی ان پہ فائرنگ کی تھی. اور وہ مطلب اسی بات پہ وہ آگے بھی چلتا آ رہا ہے کہ ہر بندے کو سر میں ہی گولی مارنے. ٹھیک ہے, تاکہ بچنے کا کوئی چانس نہ رہے. ناصر صاحب کون کون تھے حملہ آور, کتنے لوگ تھے؟ حملہ آور تو جو مین تھے جو وہ مرتضیٰ اور پاپا تھا. ٹھیک ہے. ٹھیک ہے نا. تو اس کا بیٹا تھا کوئی علی ہے اس کا نام, علی مرتضیٰ. تو ایک وہ طاہر باس ہے اس کا بھتیجا ہے. ٹھیک ہے. ٹھیک ہے. ایک وہ طاہر کا بھائی ہے چھوٹا, اس کا نام کیا ہے. ٹھیک ہے. باقی نامعلوم تھے. کتنے نامعلوم لوگ کتنے تھے, کوئی تعداد اندازہ؟ وہ 10 سے 15 ہاں جی 10 سے 15 لوگ نامعلوم تھے. ٹھیک ہے نا. اور انہوں نے اتنی شدید فائرنگ, دیکھیں ظلم کی انتہا ہے کہ انسان جتنا مرضی دشمن دار ہو نا, ہمارے ساتھ تو ان کی دشمنی نہیں تھی. ٹھیک ہے. ہمارا کوئی ان کے ساتھ مسئلہ ہی نہیں تھا. ٹھیک ہے. ٹھیک ہے. لیکن اگر کوئی انسان جتنا مرضی دشمنیاں, آپ یہ لاہور میں چیک کر لیں, جتنی بھی دشمنیاں ہیں کسی جگہ پہ عورتوں کو فائر نہیں مارے گا. بالکل ایسے ہی. ٹھیک ہے نا. مطلب ہماری بھابھی کو سر میں فائر مارا گیا ہے. دیکھیں کس لیول کی زیادتی اور ظلم ہوا ہے. میں سمجھتا ہوں اتنا ظلم تو کہ کسی علاقہ غیر میں بھی نہیں ہوتا ہوگا جتنا یہ لاہور شہر میں. اور یہ ہمارے بالکل ساتھ بحریہ ٹاؤن کے ساتھ مریم صاحبہ بیٹھی ہوئی ہیں جو ہماری سی ایم ہیں, اور ماشاءاللہ سے ان کا ہمیشہ سے دعویٰ ہوتا ہے کہ میں جو ہے نا انصاف کروں گی. اور اب تو ہمیں بھی انصاف کی امید ہم نے ان سے لگائی ہوئی ہے. ٹھیک ہے نا. کیونکہ ہم پاکستان کے رہائشی ہیں, چاہے ہم سے ہمارا تعلق ہے, لیکن کسی جماعت سے بھی تعلق ہو, لیکن اس طرح کا ظلم جو ہے وہ حکومت کی, ریاست کی ذمہ داری ہے تحفظ فراہم کرنا, ان کو انصاف دلوانا. ہاں, اور ہم نے یہی امید لگائی ہوئی ہے کہ ہمیں جو انصاف فراہم کیا جائے گا. اور ہم محترمہ مریم نواز صاحبہ سے بھی یہی امید لگا کے بیٹھے ہوئے ہیں, اور آئی جی پنجاب صاحب سے بھی یہی امید لگا کے بیٹھے ہوئے ہیں ہمیں انصاف دلایا جائے, کیونکہ ہمارے ساتھ بہت ظلم ہوا ہے. ہمارا چھوٹا سا بچہ تھا جس کے سر میں گولیاں ماری گئی ہیں, اور وہ اتنا تڑپ کے اس کی ڈیتھ ہوئی ہے کہ وہ انسان دیکھ کے بھول نہیں سکتا. ٹھیک ہے نا. تو ہمیں انصاف دلایا جائے تاکہ انسان, ہمارے جیسے لوگ آگے دوبارہ, مطلب ہم اس راستے پہ چلیں گے تو وہ غلط بات ہوگی. جب ہمیں انصاف مل جائے گا تو ہم یہ کہیں گے کہ ہمیں انصاف مل گیا. جب اللہ کی طرف سے انصاف ہو جائے گا تو پھر ہم اس پہ مطمئن ہو جائیں گے. بالکل ٹھیک ہے. اچھا ناصر صاحب یہ بتائیے گا کہ پہلے بھی جو ملزمان ہیں ان کے اوپر مانگا منڈی میں 2011 میں غالباً مقدمہ درج تھا, اور 780 کی دفعات کے تحت مقدمہ درج تھا. تو یہ بھی انہوں نے پبلک پلیس پہ فائرنگ کی, وہ بھی پبلک پلیس پہ تھی فائرنگ. تو اس میں 780 شامل نہیں ہوئی کیا؟ آپ نے اس میں درخواست میں نہیں لکھوایا, یا آپ کا کوئی ایسا مطالبہ ہے کہ 780 کی ہونی چاہیے درخواست, اس میں ہونی چاہیے؟ یہ تو اگر آپ دیکھیں تو یہ تو بنتی 780 ہے نا, کہ مطلب اندھا دھند فائرنگ کی گئی ہے, اور کم از کم 500-700 گولی چلائی گئی ہے وہاں پہ. ایک جو ہمارا ایک بندہ پکڑ کے اندر لے کے گئے ہیں جن پہ تشدد کرتے رہے, جس بندے پہ ابھی بھی ہاسپٹل میں, وہ ایک اور بندہ ہے. اچھا. جو میرے ساتھ تھا. ٹھیک ہے. وہ جاننے والا دوست تھا, اس پہ اتنا تشدد کیا کہ اس کی پسلیاں تک ٹوٹ گئی ہیں. اچھا. یہ ابھی یہ 6 لوگوں کے علاوہ وہ 7واں وہ ہے. اچھا وہ ہے, وہ بھی زخمی ہے اسپتال میں. وہ ابھی تک اتنا بیچارہ ہے کہ اس کی حالت وہ اسے بولا تک نہیں جا رہا. ٹھیک ہے. وہ کہتا ہے, اس نے کل تھوڑی سی بات ہوئی ہے اسے, اس نے کہا جب مجھے لے کے گئے اندر تو اندر ایک چارپائی کے اوپر 5000 کے قریب گولی پڑی ہوئی تھی, میگزینیں اور گولیاں جو وہاں سے پکڑ کے یہ لوگ چلا رہے تھے. پولیس نے جب ملزمان گرفتار کیے تو پتہ یہ چلا کہ اسلحہ بھی برآمد ہوا ہے. اسلحہ کو 3-4 گنے وہاں سے موقع پہ برآمد ہوئی ہیں ان کے پاس سے.
باقی ظاہری بات ہے وہ پولیس ان کے گھر میں نہیں گئی تو وہاں سے اگر وہاں جاتے تو وہاں سے برآمد اور ہو جانی تھی. لیکن چلیں اللہ کا یہ بھی ایک شکر ہے کہ ملزمان 3 جو ہے نا وہ موقع سے ریسٹ ہوئے ہیں. آگے ہم امید لگا کے بیٹھے ہوئے ہیں اللہ پاک ہمیں اللہ انصاف دلائے گا. اس کے بعد ہماری حکومت جو ہے نا ہمارے IG صاحب ہمیں انصاف دلائیں, بس یہی اپیل لگا کے بیٹھے. بالکل ٹھیک ہے. اس واقعے کی تھوڑی سی تفصیل آپ کو بتا دیتے ہیں کہ جو ملزمان ہیں وہ پہلے بھی قتل کی وارداتوں میں اشتہاری رہ چکے ہیں اور پورے لاہور کی پولیس جو ہے ان کو گرفتار کرنا بھی چاہتی تھی لیکن وہ گرفتار نہیں ہوتا تھا اور نہ ہی اسے پولیس پکڑ سکی تھی. جن کے قتل کیے تھے ان کے جو مقدمے کے مدعی تھے, لواحقین تھے, بتایا جاتا ہے پولیس کی جانب سے بھی کہ ان کو ڈرا دھمکا کے ان کے ساتھ صلح جو ہے وہ کر لی گئی, پھر یہ جیل میں جانے کی بجائے باہر آزاد زندگی گزارتا رہا. اور یہ ایک اور بات میں تھوڑی سی بتاتا چلوں کہ جب 14 سال یہ بندہ جو مرتضیٰ پاپا ہے یہ اشتہاری رہا ہے اور اس دوران یہ پراپر ایک شوٹر کا کام کرتا رہا ہے. اچھا. لوگوں سے پیسے لے کے لوگوں کو قتل کرتا رہا ہے. اور ابھی بھی جو ان کا ایک انہوں نے گروپ بنایا ہوا ہے یہاں پہ, وہ اس میں گروپ میں کم از کم کو 150 کے قریب لوگ ہوں گے, 150 کے قریب لڑکے ہوں گے جو شوٹر ہیں, شوٹر کے کام ساتھ کرتے ہیں. جہاں بھی کوئی معاملہ ہو یہ اسی وقت وہاں پہ بلاتے ہیں اور اس گروپ کو ہینڈل کرتا ہے یہ اس کا بھتیجا طاہر عباس. اچھا ٹھیک ہے. تو پولیس کے علم میں یہ بات ہے؟ پولیس سب کو پتہ ہے, ساری انتظامیہ کو پتہ ہے کہ وہ گروپ بنایا ہوا ہے, اس میں 150-200 کے قریب لوگ ایڈ ہیں اور ان کو جب جہاں کہتے ہیں ایک میسیج کرتے ہیں اسی وقت وہ وہاں پہ لوگ پہنچ جاتے ہیں. یہ وزیر اعلیٰ پنجاب مریم نواز صاحبہ اور سابق وزیر اعظم جو اس ملک کے 3 مرتبہ وزیر اعظم رہ چکے ہیں نواز شریف صاحب, ان کے حلقے کے ان کی رہائش گاہ کے بالکل قریب یہ گاؤں ہے جلیانہ گاؤں, جہاں پر ناصر صاحب نے بتایا, انکشاف کیا بڑا کہ یہاں پر بڑی تعداد میں ملزمان کے پاس وہ شوٹر ہیں جو قتل و غارت کی وارداتیں کرتے ہیں اور پولیس کے علم میں بھی ہے لیکن گرفتار نہیں ہوئے. یقیناً جب یہ معاملہ ہوا, جب یہ واقعہ ہوا, معمولی سی تلخ کلامی کو لے کر 7 افراد کو زخمی کر دیا گیا اور ایک نوجوان کی جان لے لی گئی. 3 ملزمان پولیس ابھی تک صرف گرفتار کر چکی ہے اور باقی ملزمان ابھی بھی گرفتار نہیں ہوئے ہیں. اس پہ ہم پولیس کا موقف بھی لیں گے کہ اتنا بڑا جو گینگ ہے وہ اس علاقے میں موجود ہے اور پولیس بے خبر رہی, اور کیا وجہ ہے کہ باقی ملزمان ابھی تک گرفتار کیوں نہیں کیے گئے. یہ تمام سوالات ہم پولیس سے کریں گے. اس پروگرام سے جڑے دیگر لوگ کیا کہتے ہیں وہ بھی آپ کو سنواتے ہیں. اب ہم آپ کو جو اسی خاندان کے ایک دوسرے شخص سے بات کراتے ہیں جو مقتول کے چچا بھی ہیں, ملک شہباز صاحب, وہ ہمارے ساتھ ہیں. انہوں نے کیا کچھ کہنا ہے اس کیس کے حوالے سے, پولیس جو ہے اب تک کتنا ریلیف جو ہے ان کو دے چکی ہے, اور ان کو ابھی بھی مختلف ذرائع سے پتہ چلتا ہے کہ ان کے بہت سارے ملزمان کے ایسے لوگ جو ہیں وہ آزاد گھوم رہے ہیں. ان کے جو لواحقین ہیں ان کی جانب سے ہمیں بتایا گیا کہ یہ کافی بڑا ایک گینگ ہے, گروہ ہے, جو مختلف قسم کے لوگ اس گروہ میں اور اس گینگ میں شامل ہیں. یہ اب ملک شہباز صاحب جو ہیں ان کی زبانی جانتے ہیں. ملک صاحب, پولیس نے کوئی مدد کی تھی؟ پولیس نے ساری مدد کی ہے. پولیس نے ریڈ کر کے مرتضیٰ اور پپ, ਉਹਦਾ ਬੇਟਾ ਅਲੀ ਮੁਰਤਜ਼ਾ ਪੱਪ, ਤਹਿਰ ਅਨਵਰ, 3 ਮੁਲਜ਼ਮਾਂ ਨੂੰ ਫੜਿਆ ਹੈ. ਔਰ ਇਨ 3 ਮੁਲਜ਼ਮਾਂ ਦੇ ਵਿੱਚ ਇੱਕ ਐਸਾ ਖਤਰਨਾਕ ਗੈਂਗ ਹੈ ਜਿਨ੍ਹਾਂ ਇਲਾਕੇ ਦੇ ਵਿੱਚ ਦਹਿਸ਼ਤ ਫੈਲਾਈ ਹੈ. ਜਿਹੜੇ 150 ਤੋਂ 200 ਬੰਦੇ ਦਾ ਇੱਕ ਗੈਂਗਵਾਰ ਇਹਨਾਂ ਬਣਾਇਆ ਹੈ, ਜਿਹੜੇ ਇਲਾਕੇ ਦੇ ਵਿੱਚ ਡਕੈਤੀਆਂ, ਜ਼ਨਾਹ, ਦਹਿਸ਼ਤਗਰਦੀ, ਕਤਲ ਇੱਕ ਆਮ ਰੂਟੀਨ ਦੇ ਵਿੱਚ ਕਰਾ ਰਹੇ ਨੇ. ਸਾਡਾ ਵੀ ਇਸ ਤਰ੍ਹਾਂ ਅਸੀਂ ਆਪਣੇ ਡੇਰੇ ਤੋਂ ਇੱਥੋਂ ਨਿਕਲੇ ਹਾਂ. ਮੇਰਾ ਛੋਟਾ ਭਾਈ ਮਲਕ ਨਾਸਰ ਹੈ, ਇਹਨਾਂ ਆਪਣੇ ਘਰ ਦੇ ਬਾਹਰ ਇੱਕ ਛੋਟੀ ਜਿਹੀ ਤਲਖ ਕਲਾਮੀ ਦੀ ਵਜ੍ਹਾ ਤੋਂ ਉੱਥੇ ਸੁਲ੍ਹਾ ਹੋ ਗਈ ਇੱਕ ਜਗ੍ਹਾ 'ਤੇ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ. ਇਹਨਾਂ ਸੁਲ੍ਹਾ ਦੇ ਬਾਅਦ ਸੁਲ੍ਹਾ ਕਰਕੇ ਕੁਰਾਨ ਚੁੱਕ ਕੇ ਆਪਣੇ ਘਰ ਦੇ ਬਾਹਰ ਥੜਾ ਮਾਰਿਆ 35 ਤੋਂ 40 ਬੰਦਿਆਂ ਦਾ,
ਥੜਾ ਸੀ, ਜਿਹਦੇ ਕੋਲ ਸਭ ਬੰਦਿਆਂ ਕੋਲ ਤਕਰੀਬਨ ਸ਼ਦੀਦ ਕਿਸਮ ਦਾ ਕਲੈਸ਼ਨਕੋਵ 223 ਬੋਰ ਕਲਾਕੋਪ 9mm ਇਸ ਕਿਸਮ ਦਾ ਅਸਲਾ ਸੀ। ਅਸੀਂ ਫੈਮਿਲੀ ਆਪਣੀ ਸਾਡੀ फैमिली के साथ मेरा भाई मलिक नासर मेरा छोटा भाई है, और नासर के अलावा मेरा भतीजा हसन और मेरी भाभी कलसूम नवाज, और ये सारे हम लोग इधर जा रहे थे। अच्छा शहबाज साहब, ਇਹ ਦੱਸੋ ਕਿ FIR ਤੇ ਹੋ ਗਈ, ਪੁਲਿਸ ਨੇ ਫੌਰੀ ਤੌਰ ਤੇ ਮੁਲਜ਼ਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਮੁਕੱਦਮਾ ਸਭ ਕੁਝ ਤੁਹਾਡੀ ਮਰਜ਼ੀ ਦੇ ਮੁਤਾਬਿਕ ਹੋਇਆ? ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਸਾਡੀ ਡਿਮਾਂਡ ਹੈ ਮੁਲਜ਼ਮਾਂ ਨੇ ਜਿੰਨੀ ਮੇਰੇ ਭਾਈ ਮਲਿਕ ਨਾਸਰ ਤੇ ਫਾਇਰਿੰਗ ਕੀਤੀ ਹੈ, ਉਹਦੀ ਗੱਡੀ ਨੂੰ ਕਮ ਸੇ ਕਮ 40 ਤੋਂ 50 ਫਾਇਰ ਲੱਗੇ ਨੇ। ਮੇਰੇ ਭਤੀਜੇ ਹਸਨ ਦੀ ਗੱਡੀ ਨੂੰ 40 ਤੋਂ 50 ਫਾਇਰ ਲੱਗੇ ਨੇ ਡਾਲੇ ਨੂੰ। ਮੇਰਾ ਭਤੀਜਾ ਜਿਹਦਾ ਮਰਡਰ ਹੋ ਗਿਆ ਨਦੀਮ ਨਵਾਜ਼, ਉਹਦੀ ਗੱਡੀ ਨੂੰ ਤਕਰੀਬਨ 100 ਦੇ ਕਰੀਬ ਫਾਇਰ ਲੱਗੇ ਨੇ। ਸਾਡੀ ਅਪੀਲ ਹੈ ਮਰੀਮ ਨਵਾਜ਼ ਵਜ਼ੀਰ ਆਲਾ ਪੰਜਾਬ ਨੂੰ, मोहतरम मियाँ मोहम्मद नवाज शरीफ जो साढ़े हल्के दे विच ऐसे हल्के च रह रहे जिथे जाती उमरा का जाती हल्का है, जिथे मियाँ नवाज शरीफ मियाँ शहबाज शरीफ मियाँ मोहतरम मरीम नवाज का जाती घर है, उस हल्के दे विच ही रह रहे हैं। बिल्कुल इन्हां दे मसाए आ, इन्हां दे मसाए आ। बाकी इन्हां दे साडी अपील है, इन्हां मुलज़म ने खतरनाक मुलज़म ने इन्हां इस तो पहले 2011 दे विच एक फैमिली दे 5 मर्डर किए, जिहदे विच एक उन्हां दा वालिद सी बरकत अली, 2 उहदे पुत्तर सन, 2 उहदे भनेवे सन। इन्हां जनाब उन्होंने एक बंदे नूं इहो मुर्तज़ा पप अली मुर्तज़ा और तैर ਇਹ ਉਹਦੇ ਨਾਮਜ਼ਦ ਮੁਲਜ਼ਮ ਨੇ ਦਹਿਸ਼ਤਗਰਦੀ ਇਹਨਾਂ ਦੇ ਲੱਗੀ ਸੀ। ਸਾਡੇ ਦੇ ਵੀ ਇਹਨਾਂ ਉਸ ਤਰ੍ਹਾਂ ਹੀ ਤਕਰੀਬਨ 2 ਤੋਂ 3 ਹਜ਼ਾਰ गोली तकरीबन चलाई, अंधाधुंध फायरिंग की थी हमारी गाड़ियों में, जिसके नतीजे में मेरा भाई नासर के सर पे गोली लगी, मेरे भतीजे नदीम को दिमाग में 2 गोलियां लगी, एक सीने में लगी, एक अपना कंधे पे लगी, जो मौके पे अपना दम तोड़ गया। ठीक है। अच्छा जी, ये एक बड़ी अहम चीज़ है जो पुलिस इस पे क्रेडिट लेती है और पुलिस को क्रेडिट लेना भी चाहिए कि जब ये वाक़या पेश होता है तो पुलिस के मुताबिक ही हमें पता चलता है कि मुलज़मान तमाम के तमाम अपने डेरे पे चले जाते हैं। मतलब उनको इतना था कि इतने लोगों पे उन्होंने हमला आवर हुए, इतनी गोलियां बरसाई गाड़ियों पे, तो फिर वो अपने डेरे पे जाके बैठ जाते हैं। पुलिस जो है वो उनको असले समेत वहाँ से गिरफ़्तार करती है। जो नामज़द मुलज़मान है उसमें सिर्फ 3 लोग जो हैं वो गिरफ़्तार किए जाते हैं। इससे पहले भी इन्होंने इसी तरह का एक हमला और एक वाक़या किया था, उसमें भी एक ही ख़ानदान के 5 अफराद जो थे वो कत्ल कर दिए थे। तो उस पर 788 यानी कि दहशतगर्दी की दफ़ात के तहत मुकदमा दर्ज किया गया था। मांगा पुलिस स्टेशन की हदूद में ये वाक़या हुआ था और मांगा में ये मुकदमा दर्ज हुआ था। अब मलिक शहबाज जो हैं इनका भी यही मुतालबा है, इससे पहले जो नासिर थे उनका भी यही मुतालबा था कि इसमें 788 यानी कि दहशतगर्दी की दफ़ात ही इसमें शामिल की जाए। मलिक साहब ਇਹ ਦੱਸੋ ਕਿ ਸੁਣਿਆ 150 ਦਾ ਤੁਸੀਂ ਕਹਿ ਰਹੇ ਹੋ ਗੈਂਗ ਇਹਨਾਂ ਦਾ, ਤੇ ਕੋਈ ਥ੍ਰੈਟ ਹੈ, ਕੋਈ ਖਤਰਾ ਹਜੇ ਵੀ ਹੈ, ਕੋਈ ਤਹਫ਼ੁਜ਼ ਮਿਲਿਆ ਪੁਲਿਸ ਵੱਲੋਂ? ਅਸੀਂ ਮੇਰੀ अपील है अपना IG पंजाब, CCP लाहौर और SP सदर इन्वेस्टिगेशन, SP ऑपरेशन SHO सुंदर ने बड़ा अच्छा किरदार अदा किया, जिन्हें 3 मुलज़म मौके तो पकड़ लिए। जिन्होंने लोगों तो 3 मुलज़म मुर्तज़ा पप अली मुर्तज़ा तैर अनवर, इन्होंने लोगों के कोलों 2 कलैशन कोपां, 2 223, एक 9mm ऐसा जदीद असला जो ब्रेस्ट असला है इन्हों के डेरे तो पकड़िया गया। असी CCP लाहौर की रिक्वेस्ट करने भी जोड़े बाकी गैंगवार जिन्ने भी लोग ने ना, जिन्हों तो ये सारे गैंगां के मुताबिक काम करवाते हैं, बहरिया टाउन के विचों पत्था लेंदे ने, लाहौर के अलग अलग लोगों तो पत्था लेंदे ने, बंदियां नूं उठा के उन्होंने तो जगह टैक्स लेंदे ने। साडी अपील है इन्हां तो सारा असला, सारे गैंग, सारे शूटर बरामद किए जान और सब नूं अरेस्ट किया जाए। बिल्कुल ठीक है। ये मुतालबा है जी कि जो इतना बड़ा गैंग और वेपन और नाजायज़ असला इनके पास होता है, पुलिस को इस पर इन्वेस्टिगेट करना चाहिए और अगर ये बात इनकी हकीकत है तो यकीनन उन मुलज़मान को भी गिरफ़्तार
ہونا چاہیے. مقتول ندیم کا بھائی جو موقع پر موجود تھا، جس کے سامنے یہ سارا معاملہ پیش آیا، وہ اپنے بھائی کی موت کے حوالے سے اور اس جھگڑے کے حوالے سے کیا کہتا ہے، یہ ہم آپ کو اس کی زبانی سنواتے ہیں. میرا نام حسن نواز ہے، میں بھائی صاحب کا گڈو صاحب کا بڑا بیٹا ہوں. ندیم میرے سے چھوٹا تھا 1.5 یہ اپنا ہم شادی پر گئے تھے. وہاں پہ والد صاحب کو کوئی اپنا گاڑیوں سے کوئی تکرار وغیرہ ہوئی ایک بندے سے، اپنے ہمارے رشتہ دار ہی لگتے ہیں. تو میں تو شادی ہال کے اندر بیٹھا ہوا تھا. وہاں سے ہم خیر بھائی صاحب کے پاس آ کے روٹی کھانے کے بعد انہوں نے آ کے معافی بھی مانگ لی کہ تسی میرے بڑے بھائی ہو، اپنا میرا کوئی نہیں آیا، تو میری غلطی تے معذرت. ہم اسی روٹین میں واپس آ گئے ہیں ڈیرے کو، جس طرح ہم تو شادی سے آئے ہیں، کہ ذہن میں کوئی لڑائی وغیرہ کوئی چیز ہی نہیں ہے. ڈیرے میں یہاں بیٹھے ہوئے، یہاں سے نکل رہے ہیں اپنی روٹین میں. چناصر سب سے پہلے نکلے ہیں، تو اپنا وہ فارم ہاؤس کوئی اپنا مہمان وغیرہ ہیں ادھر نکل رہے ہیں. میرے کوئی دوست میری سوسائٹی پہ آئے تھے، تو میں ادھر کو نکل رہا ہوں. ادھر سے نکل رہا ہوں تو 1-2 منٹ کا فاصلہ ہوگا. چناصر پہلے نکل گئے ہوں گے، میں بعد میں نکلا ہوں گا. میں پہنچتا ہوں اپنا، ندیم مجھے رستے میں ملتا ہے جب ادھر کو میں جا رہا ہوں. یہ ڈیرے کی طرف جا رہا ہے اور میں ادھر سے اپنا سوسائٹی کی طرف جا رہا ہوں. تو رستے میں جب میں پہنچتا ہوں جہاں میرا ڈالا بھی جہاں موجود بھی ہے، وہاں میں پہنچتا ہوں تو اپنا دیکھتا ہوں سامنے اندھادھند فائرنگ کر رہے ہیں 15-20 لوگ، اور ہاتھا پائی ساتھ نا چل رہی ہے. جب میں نے دیکھا تو وہ آگے اپنی گاڑیاں چاہے ناصر کی اور میرے کزن چاچو کا بیٹا ہے شہزاد، ان کی گاڑیاں دیکھی تو وہ دل میں تو آتا ہے ظاہر خون تھا ایک. تو میں اندھادھند فائرنگ ادھر اتر کے، ظاہری بات خون کے لیے اتر کے جانا تھا، تو میں اتر کے آگے کی طرف بڑھا. تو انہوں نے وہ ادھر سے چناصر کی گاڑی کے اوپر جب فائرنگ کرنی میرے سامنے کی، تو چناصر کو ایک سر پہ لگ گیا. تو چناصر وہاں سے خیر گاڑی اپنی جان بچاتے ہوئے وہاں سے نکل گئے یہ لوگ. انہوں نے مجھے پکڑ لیا، میرے اوپر گرا کر لیا اور مجھے مارنے لگ گئے. وہ میرے سر پہ بٹ مارتے رہے، مجھے تقریباً 1-1.5 منٹ وہ مارتے رہے 15-20 لوگ. وہ وہاں سے ان سے دکم پیل کے اندر نکلتے پیچھے سے ہائی صاحب اور پیچھے آتے ہیں، کالی گاڑی سیویگ آتی ہے. تو یہ اس پہ ان کے آدھے لوگ اس طرف فائرنگ کرنے ہو جاتے ہیں اس گاڑی کے اوپر، اور یہ اسٹریٹ فائر کر رہے ہیں اس گاڑی کے اوپر. اس میں میرے والد صاحب کو لگ جاتا ہے ہاتھ میں، میرے بھائی کو گاڑی کے اندر ہی فائر لگ جاتا ہے، سر کے اندر ایک یہاں چیسٹ کے پاس، یہاں دل کے پاس، اور بازو میں لگ جاتا ہے. تو ہم وہاں سے نکل جاتے ہیں. میں تو وہاں سے نکل گیا. مجھے تب موقع پہ تو نہیں پتہ چلا کہ میرے بھائی کی ڈیتھ ہی ہوگی، مطلب کیا اس کو اتنا مزید کوئی فائر اس طرح لگ چکے ہیں. وہ واپس میں ڈیرے پہ آ رہا ہوں، میں 15 کال ساتھ ساتھ ہی کرتا آ رہا ہوں ہر وقت. تو جب میں ڈیرے پہ آ کے میں بیٹھ گیا ہوں، تو میں اپنا ویٹ کر رہا ہوں کہ 15 کال کا کوئی رسپانس ہمارے پاس آئے گا. تو وہ SHO آتا ہے اپنا اسد اقبال، وہ آتے ساتھ سیدھا مجھے پکڑ لیتا، تو اپنا گڈو دا منڈا ہے تے اپنا. میں کہ جی اپنا، میں کہ میں ہی 15 کال کر رہا سی. تو وہ الٹا مجھے ان کو پکڑو ان کو تو پکڑو، وہ زیادتی اپنا کرتے ہیں اور ساتھ ڈالیں بٹھا لیتے ہیں. میں اس کو کئی باری کہا ہے کہ اپنا یار ہمارے ہی بندوں کو فائر لگا، ہمیں بھی آئے پکڑ رہے ہو. وہ خیر اس کو جس بھی چیز میں پولیس کو خیر نہ سمجھ نہیں تھی آئی وقوعے کی کیا بات تھی. حالانکہ 15 کالیں میں نے کر کے ساری بات DI آپریشن سے بھی کال آئی تھی، اس میں بھی ساری تفصیل بتائی تھی. اس کے بعد یہ ہمیں فارم ہاؤس لے تھے، وہاں سے میرا دوسرے کزن اور میرا چھوٹا بھائی جو دوسرا ہے اس کو بھی پکڑ لیتے ہیں. پھر ہمیں یہ وہاں پہ SHO مجھے دوبارہ پوچھتا ہے کہ اپنا تواڈے کسی بندے نو واقعی فائر لگا ہے. تو میں اس کو مزید بتاتا ہوں کہ میرے والد صاحب کو لگا ہے، میرے چاچو کو لگا ہے، ہمارے 2 گارڈز کو لگا ہے. تو وہ ہمیں ادھر یہ، اور تب بات کو تھوڑا سیریس لیتا ہے اسد اقبال جو ہے. تو یہ کہتا ہے اچھا ٹھیک ہے پکی گل ہے. پھر اس طرح یہ مجھے واپس ان کے ڈیرے پہ لے آتے ہیں، جو یہ ہمارے جو ہیں جن کے ساتھ ہوا تھا مسئلہ، تو ان پہ لے آتا. پھر یہ ان کو وہاں سے پکڑتا ہے. وہ ہے ایک پاپ، اس کا بیٹا علی اور اس کا بھتیجا طاہر عباس. یہ ان تینوں کو پکڑ لیتا. اور ایک ان کا دوست تھا اپنا، وہ میرے مالک کا کوئی، انہوں نے بندے باہر سے بلا کے اوپر اٹیک کرنے کا پورا تھڑا ملا ہوا تھا، پورا اس طرح طریقے سے کرنا چاہتے ہیں. وہ بس اللہ نے ہمیں بچا لیا جس طرح بچایا، لیکن اس میں میرے بھائی کی چلو ڈیتھ ہو گئی. اس میں بس اس طرح سارا وقوع ہوا. سندر میں جو افسوسناک واقعہ ایک پیش آتا ہے، 6 سے 7 افراد جو ہیں زخمی ہوتے ہیں اور ایک نوجوان جو ہے اس میں قتل کر دیا جاتا ہے. پولیس نے جب اطلاع ملتی ہے پولیس کو، تو کیا رد عمل پولیس کا تھا، کتنے لوگ زخمی ہوئے، واقعہ کیا تھا، اور جو ملزمان کے خلاف FIR ہوئی ہے ان میں پولیس کو کس حد تک کامیابی ہوئی ہے، یہ ہم آپریشن پولیس جو ہے اس کی زبانی جانیں گے. SHO ہیں میاں اسد صاحب، ان سے جانتے ہیں کہ یہ واقعہ ہوا کیسے. میاں صاحب، جب 6 سے 7 لوگوں کی زخمی ہونے کی اطلاع 15 پہ ملتی ہے تو پھر ہوتا کیا ہے، کتنے لوگ جو ہیں وہ زخمی ہوئے، تو کچھ گرفتار بھی ہوئے
या पकड़े गए? ये शेख साहब हमें रात तकरीबन 10:30-11 बजे के दरमियान 15 पे कॉल, लगातार 3-4 कॉल मौसूल हुई कि शदीद फायरिंग हो रही है जलियाना गांव में। ये बिल्कुल बहरिया से मुल्का गांव है और बहुत बड़ा कस्बा है जलियाना। तो उधर हमने रिस्पॉन्ड किया फौरी। जब उधर पहुंचे तो जी काफ़ी गोलियों के जो खौल थे वो काफ़ी तादाद में फायरिंग हो रही थी। उसके बाद जाके हमने जो इंजर्ड थे वो हमसे पहले, पुलिस के पहुंचने से पहले जो है वो शिफ्ट हो चुके थे हॉस्पिटल। एक जो जिस बच्चे की डेथ हुई है ये सीरियसली इंजर्ड था, इसके सर में गोली लगी हुई थी, लेकिन इसका किसी को पता नहीं था। इसको फिर उधर से हमने अपनी पुलिस ने इसको अपनी गाड़ी में व्हीकल में डाल के हमने इसको जिना हॉस्पिटल शिफ्ट किया। वो फिर एक दिन उधर रहने के बाद वो अल्लाह को प्यारा हो गया। बड़ी ज़्यादती हुई है और जिन लोगों के ख़िलाफ़ एप्लीकेशन हमें नामज़द मसूल हुई उस पर हमने मुकदमा किया। उसके बाद हमने इसमें फोरेंसिक की टीमें बुलाई, सारी मौके से जितनी एविडेंस कलेक्ट हो सकती थी पॉसिबल, सबसे पहले तो उनको हमने सिक्योर किया एविडेंस को, फिर उसके बाद हमने जितनी थी वो एविडेंस कलेक्शन करवा के फोरेंसिक करवा के FIR दर्ज की। और कुछ जो थे मुश्तबा गान थे उनको हमने पुलिस ने हिरासत में भी लिया। ठीक है। अच्छा साहब ये बताइएगा कि वजह क्या थी? जो लवाहकीन है उन्होंने बताया कि बड़ी मामूली सी सर, तलकलामी। ये एक बड़ी बदकिस्मती हमारे माशरे की जो अदम बर्दाश्त का कल्चर है कि छोटी सी बात थी कि दूल्हे की गाड़ी के पीछे ये एक बारात थी, ये दोनों आपस में रिश्तेदार थे। ठीक है। मुलज़म भी और मुदई भी बड़े करीबी रिश्तेदार हैं। ठीक है। ये कोट राधा किशन इनके किसी अजीज़ की शादी थी, वो बारात आनी थी रायविंड। ये कोट राधा किशन से बारात के लिए निकले हैं और बारात में दूल्हे की गाड़ी के पीछे गाड़ी लगाने से जो है वो सारी इनकी 2-3 दफ़ा उधर गाड़ी पे टसल हुई है। लेकिन उसको इन्होंने जब ये शादी हाल पहुंचे उधर रायविंड, उधर इनके बैठ के इन्होंने सॉर्ट आउट कर लिया, एक दूसरे से इन्होंने गिले शिकवे वगैरह ख़त्म कर लिया। उसके बाद फिर इधर आके गाँव में इनका रास्ता रोक के जो मुतासरा फरीक है, जो मुदई हैं, वो इनके जिन्होंने ये सारा इंसिडेंट किया है उनके घर के आगे से गुजर के उनका घर है। ठीक है। वो जब अपने घर, इनके घर के आगे से गुजर रहे थे तो इन्होंने आगे उनकी घात लगा के उनको प्रॉपर रोक के और ये उनके साथ जो है वो ज़्यादती की है, जिनमें उनके 5 लोग ज़ख्मी हैं और एक जो है वो डेड हो गई। ठीक है। अच्छा साहब ये बताइएगा कि जब ये वाक़या हुआ उसके बाद आपको इतला मिली और बच्चा था, स्टूडेंट था, उसकी डेथ हो गई, तो जो मुलज़मान है, जो मुलज़िम पार्टी है, उसके हवाले से जो बच्चे के लवाहकीन हैं वो बताते हैं कि इससे पहले भी वो 788 दहशतगर्दी और कत्ल और बहुत सारे कत्ल के केसों में जेल में रहा है जी। ये कोई 14 साल ये 5 लोगों के कत्ल के इल्ज़ाम में ये मफरूर इश्तिहारी था। ठीक है। उसके उसके बाद इश्तिहार को ना काट के इसने मफरूरी काट के और फिर इसकी सुलह हुई उन लोगों से, वो भी इसके करीबी अजीज़ थे, इसके बनवई के ख़ानदान के लोग थे जो इसने मारे थे। इसका नाम गुलाम मुर्तज़ा उर्फ पाप है। ठीक है। लेकिन इनसे उसकी कोई जो तनाज़ा या कोई दुश्मनी नहीं थी। ठीक है। उसमें उसकी सुलह हो गई हुई थी, उसमें सुलह के जो वो बाद में बरी हुआ है और इनसे उसकी किसी किस्म की कोई ग्रज या कोई ऐसी रंजिश या पुरानी दुश्मनी नहीं थी। ये सिर्फ़ एक अदम बर्दाश्त की वजह से और जाहलियत की वजह से जो है वो एक ये इंसिडेंट हुआ। इतना बड़ा इंसिडेंट हो गया कि इतने लोगों को फायर लग गया और एक जो कम उम्र बच्चा 22-23 साल का स्टूडेंट था और वो अल्लाह को प्यारा हो गया। ठीक है। अब क्या इम्कानात हैं मुलज़मान जो है वो? सर ये इंशाल्लाह मुलज़मान बहुत जल्दी गिरफ़्तार होंगे और पाबंद सलासिल होंगे जी इंशाल्लाह। उसके बाद इन्वेस्टिगेशन विंग, तफ्तीशी जो मार्क हैं वो इसको प्रॉपर केस को तैयार करके इसकी प्रोसिक्यूशन, इसको मैं बिल्कुल स्ट्रेट साथ खड़ी हुई है मुद्दइयों के, उनके साथ ज़्यादती हुई है जी। बिल्कुल ठीक है। ये था जी पुलिस का मौक़िफ़। इससे पहले हमने आपको जो घर वाले थे, जो ज़ख्मी थे, जो मुकदमे का मुद्दई है और उसमें एक गवाह भी है नासिर मलिक, उसने क्या कहा, उसके दीगर रिश्तेदारों ने क्या कहा, ये सब कुछ हमने आपको उनकी ज़ुबानी सुनवाया। और पुलिस का जो मौक़िफ़ सामने आया है उसमें इस बात की तस्दीक होती है कि जो मुलज़मान हैं वो इससे पहले भी कत्ल की वारदातों में मुलव्विस रह चुके हैं। और पुलिस के मौक़िफ़ से तो यही लगता है कि जो मुलज़मान है वो आदी मुजरिम है, इससे पहले भी कत्ल कर चुके हैं और 14 साल जो है वो उन्होंने इश्तिहारी रहे, मफरूर रहे, पुलिस को जो है वो पुलिस के हाथ ना चढ़े, गिरफ़्तार ना हो सके
اب جو ہے پولیس اس عزم پر قائم ہے کہ تمام شواہد تمام ایویڈنس جو ہے وہ ملزمان کے خلاف ہیں اور بہت جلد ملزمان کو گرفتار بھی کر لیا جائے گا۔ یہ تھا آج کا جرم انجام۔ نئے پروگرام تک کے لیے مجھے دیجیے اجازت۔ اللہ نگہبان۔